ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ 6ਵੇਂ ਸ਼ੂਟਰ ਨੂੰ ਬੀਤੇ ਦਿਨੀ ਗ੍ਰਿਫਤਾਰ ਕਰਨ ਤੋਂ ਬਾਅਦ ਪੰਜਾਬ ਪੁਲਿਸ ਦੇ ਡੀਜੀਪੀ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਵੱਡੇ ਖੁਲਾਸੇ ਕੀਤੇ। ਉਹਨਾਂ ਨੇ ਦੱਸਿਆ ਕਿ ਕਪਿਲ ਪੰਡਿਤ ਨੂੰ ਸਲਮਾਨ ਖਾਨ ਦੀ ਰੇਕੀ ਲਈ ਲਾਰੈਂਸ ਬਿਸ਼ਨੋਈ ਵੱਲੋਂ ਅਪਰੋਚ ਕੀਤਾ ਗਿਆ ਸੀ ਤੇ ਇਹਨਾਂ ਗੈਂਗਸਟਰਾਂ ਨੇ ਕਾਫੀ ਸਮਾਂ ਮੁੰਬਈ 'ਚ ਵੀ ਬਿਤਾਇਆ ਸੀ, ਜੋ ਕਿ ਸਲਮਾਨ ਖਾਨ ਨੂੰ ਮਾਰਨ ਦੀ ਸਾਜ਼ਿਸ਼ ਰਚ ਰਹੇ ਸੀ। ਹੋਰ ਕੀ ਕਿਹਾ ਡੀਜੀਪੀ ਨੇ, ਜਾਣੋ ਇਸ ਵੀਡੀਓ 'ਚ। तो थ्रू आइदर लैंड रूट यूजिंग भूटान ਤੇ ਉਸ ਤੋਂ ਬਾਅਦ ਮਿਆਂਮਾਰ ਥਾਈਲੈਂਡ ਜਾਂਦਾ, ਜਾਂ ਜੇ ਇਹਨਾਂ ਨੂੰ ਫੇਕ ਪਾਸਪੋਰਟ ਡਿਲੀਵਰ ਹੋ ਜਾਂਦੇ ਨੇਪਾਲ ਦੇ ਵਿੱਚ ਤੇ ਕਠਮੰਡੂ ਤੋਂ ਫਲਾਈਟ ਫੜ ਕੇ ਬੈਂਕਾਕ ਤੇ ਫਿਰ ਦੁਬਈ escape ਦਾ ਪਲਾਨ ਸੀਗਾ। ਤੇ ਇੰਟਰੋਗੇਸ਼ਨ ਦੇ ਵਿੱਚ ਹਾਲੇ ਪ੍ਰੀਲਿਮਿਨਰੀ ਸਟੇਜ ਤੇ ਇਹ ਵੀ ਗੱਲ ਆਈ ਹੈ, ਜਿਹੜੀ ਕਪਿਲ ਪੰਡਿਤ ਦੀ ਇੰਟਰੋਗੇਸ਼ਨ ਹੈ ਕਿ ਉਸ ਨੂੰ ਲਾਰੈਂਸ ਬਿਸ਼ਨੋਈ ਨੇ ਅਪਰੋਚ ਕੀਤਾ ਸੀਗਾ ਥਰੂ ਸੰਪਤ ਨੇਹਰਾ ਐਂਡ ਗੋਲਡੀ ਬਰਾੜ ਕਿ ਸਲਮਾਨ ਖਾਨ ਨੂੰ ਟਾਰਗੇਟ ਕਰਨ ਲਈ, ਤੇ ਅਲੋਂਗ ਵਿਦ ਸਚਿਨ ਬਿਸ਼ਨੋਈ ਐਂਡ ਸੰਤੋਸ਼ ਯਾਦਵ ਜਿਹੜਾ ਸ਼ੂਟਰ ਮਹਾਰਾਸ਼ਟਰ ਫੜਿਆ ਗਿਆ ਸੀਗਾ। तो इन्होंने काफ़ी इलैबोरेट रैकी की सी एंड दे स्पेंट अ लॉट ऑफ टाइम इन मुंबई। तो इन्वेस्टिगेशन के विच असी एंगल भी वेरीफाई कर लांगे। तो यह जिहड़ा शुभदीप मर्डर केस हैगा साइंटिफिक तरीके नाल सारिਆਂ ਦੇ कोऑपरेशन नाल फ्रॉम द वेरी डे ਜਦੋਂ ਇਹ केस शुरू ਹੋਇਆ ਸੀਗਾ 29 ਮਈ ਦਾ इंसीडेंट हैगा। तो 30 ਮਈ ਨੂੰ ਸਾਨੂੰ ਬ੍ਰੇਕ ਥਰੂ ਮਿਲੀ ਸੀ ਜਿਹੜੀ ਉਹ ਗੱਡੀ ਦੇ ਵਿੱਚ ਜਸਟ ਟੂ ਰਿਕਾਊਂਟ कि जिवें 2 शूटर्स करोला दे विच सीगे, 4 शूटर्स बोलेरो दे विच सीगे, जिन्होंने असी बोलेरो मॉड्यूल तो करोला मॉड्यूल कहते। करोला मॉड्यूल वाले जिहड़े शूटर सीगे वो जग्गू भगवानपुरी ने प्रोवाइड कीते सी, जिहड़े एनकाउंटर दे विच न्यूट्रलाइज हो गए दोवें। जिहड़े इहदे च ਇਹ चौथा बंदा सीगा ਜਿਹੜਾ करोला दे विच सीगा दीपक, अलॉन्ग विद अदर 3 पीपल वर अरेस्टेड बाई दिल्ली पुलिस। ਤੇ ਉਹ ਜਿਹੜੀ ਸਲਿੱਪ ਸੀਗੀ ਉਹ ਫਤਿਹਾਬਾਦ ਹਰਿਆਣਾ ਟਰੇਸ ਹੋਈ ਸੀਗੀ। ਉਸ ਤੋਂ ਬਾਅਦ ਅਸੀਂ ਅੱਗੇ CCTV ਫੁਟੇਜ ਉਹਦਾ ਸਟੱਡੀ ਕਰਕੇ ਉਹਦੇ ਚ ਪ੍ਰੀਅਮਵੰਤ ਦੀ ਸ਼ਨਾਖਤ ਹੋ ਗਈ ਸੀ। ਉਸ ਤੋਂ ਬਾਅਦ ਦਾ ਰੂਟ ਵਾਸ ਆਈਡੈਂਟੀਫਾਈਡ। ਅਸੀਂ ਟੈਕਨੀਕਲੀ ਜਿਹੜੇ ਟਾਵਰ ਡੰਪਸ ਚੱਕੇ ਸੀਗੇ ਤੇ ਵੀ ਹੈਡ ਪ੍ਰੀਪੇਅਰਡ ਅ ਰੂਟ ਤੇ ਕੋਆਪਰੇਸ਼ਨ ਵਿਦ ਅਦਰ ਏਜੰਸੀਜ਼ ਵਾਸ ਡਨ। ਸਾਨੂੰ ਪਹਿਲੀ ਬ੍ਰੇਕ ਥਰੂ ਮਿਲੀ ਸੀਗੀ ਜਦੋਂ ਉੱਤਰਾਖੰਡ ਦੇ ਵਿੱਚ ਇੱਕ ਮੁੰਡਾ ਜਿਹਨੇ ਕਾਰ ਪ੍ਰੋਵਾਈਡ ਕੀਤੀ ਸੀ, ਉਹ ਮਨਪ੍ਰੀਤ ਭਾਊ ਤੇ ਮਨਪ੍ਰੀਤ ਮੰਨਾ ਟਰੇਸ ਹੋਏ ਸੀਗੇ। ਉਹਨਾਂ ਦੀ ਇੰਟਰੋਗੇਸ਼ਨ ਤੋਂ ਬਾਅਦ 31 ਨੂੰ ਅਸੀਂ ਜੇਲ੍ਹ ਦੇ ਵਿੱਚ ਸਾਰਜ ਮਿੰਟੂ ਨੂੰ ਪ੍ਰੋਡਕਸ਼ਨ ਰਿਮਾਂਡ ਤੇ ਲਿਆਂਦਾ ਸੀਗਾ ਤੇ ਇੱਕ ਸਿਲਸਿਲੇਵਾਰ ਅਸੀਂ ਇਸ ਇਨਵੈਸਟੀਗੇਸ਼ਨ ਨੂੰ ਅੱਗੇ ਵਧਾਇਆ ਹੈ ਤੇ ਕਾਮਯਾਬੀ ਹਾਸਲ ਕੀਤੀ ਹੈ। ਵੀ ਆਰ ਕਮਿਟਡ ਟੂ ਇਨਸ਼ੋਰਿੰਗ ਜਸਟਿਸ ਇਨ ਦਾ ਸ਼ੁਭਦੀਪ ਕੇਸ ਤੇ ਸਾਡਾ ਐਂਡੇਵਰ ਹੋਊਗਾ ਕਿ ਪੁਖਤਾ ਕੇਸ ਬਣਾ ਕੇ ਸਾਰੇ ਮੁਲਜ਼ਮਾਂ ਨੂੰ ਕਨਵਿਕਸ਼ਨ ਕੀਤੀ ਜਾਵੇ। ਜਿਹੜੇ ਬਾਹਰ ਬੈਠੇ ਹੈ ਉਹਨਾਂ ਨੂੰ ਵੀ ਵਾਪਸ ਲਿਆਉਣ ਲਈ ਐਕਸਟ੍ਰੈਡੀਸ਼ਨ ਲਈ ਰੈੱਡ ਕਾਰਨਰ ਨੋਟਿਸ ਗੋਲਡੀ ਬਰਾੜ ਦਾ ਵੀ ਜਾਰੀ ਹੋ ਗਿਆ ਹੈ ਤੇ ਵੀ ਆਰ ਪਰਸੂਇੰਗ ਆਲ ਲੀਡਸ। I'll just request Mr. Pramod Band to speak briefly on the investigation and then we'll welcome any questions. गुड मॉर्निंग जी। सर ने पहले दसिया ये शुरू तो ही बहुत ही साइंटिफिक तरीके नाल लीड्स ਨੂੰ फॉलो करते हुए इन्वेस्टिगेट चली है ਤੇ कड़ी बदर कड़ी वारी वारी करके एक एक बंदा पावे हो रेकी करने वाला सीगा, पावे हो एक्चुअल शूटर सीगे, पावे दूसरे सपोर्ट प्रोवाइडर सीगे, हर एक ਨੂੰ अरेस्ट किया गया विद एग्जैक्ट रोल विद एग्जैक्ट रोल हर एक का की है ਉਹਨੂੰ डिफाइन करके हम चार्जशीट फाइल की जा चुकी है। ਜਿਹੜਾ ਇਹ ਬੰਦਾ ਇੱਕ ਸ਼ੂਟਰ ਰਹਿੰਦਾ ਸੀਗਾ ਸ਼ੁਰੂ ਤੋਂ ਹੀ ਇਹਦੇ ਮਗਰ ਅਸੀਂ ਵੀ ਤੇ ਬਾਕੀ ਹੋਰ ਏਜੰਸੀ ਤੇ ਲੱਗੇ ਹੋਏ ਸੀਗੇ। तो we got the follow up leads on that. So our parties went to West Bengal and finally they have arrested and वापस लेकर आए थे। So इस सारी तफ्तीश के दौरान it was an important case। सारी तफ्तीश के दौरान as per guidance from CM साहब and DGP साहब एक एक चीज सिलसिलेवार सारी एजेंसीज नाल लेके ते सारी एजेंसीज के कोऑपरेशन में नाल ये तफ्तीश की गई है एंड आई एम वेरी थैंकफुल टू द होल टीम ऑफ DGP डी सर and all the other state as well as civil agencies जिन्हों ने कोऑपरेशन नाल ये सारा मसला। तो मैं ये भी दसना चाहूँगा कि CM साहब ने रेगुलरली वो केस की मॉनिटरिंग करते थे हर 2 हफ्ते बाद ਤੇ ਚੀਫ ਮਿਨਿਸਟਰ ਸਾਹਿਬ ਇਨਵੈਸਟੀਗੇਸ਼ਨ ਦੇ ਰਿਵਿਊ ਕਰਦੇ ਸੀ ਵਿਦਆਊਟ ਇੰਟਰਫੀਅਰਿੰਗ ਕਿ ਅਸੀਂ ਪ੍ਰੋਫੈਸ਼ਨਲ ਤਰੀਕੇ ਨਾਲ ਇੰਟਰਫੀਅਰੈਂਸ ਕੀਤੀ ਹੈ। ਬਟ देयर वाज दिस strong political will to solve this case and to establish the rule of law by ensuring justice. सर देखते हैं कि बार-बार पुलिस ਨੂੰ ਬਾਹਰੋਂ ਨੂੰ ਚੈਲੰਜ ਕਰਨਾ ਕਿ ਕੱਲ ਅਰੈਸਟ ਹੋਣ ਤੋਂ ਬਾਅਦ ਜਸਟ 2 ਮਿੰਟ ਦੀ ਗੋਲਡੀ ਬਰਾੜ ਦਾ ਇੱਕਦਮ ਸਟੇਟਮੈਂਟ ਆਉਣ ਲੱਗੀ। ਉਹਨਾਂ ਕਹਿੰਦੇ ਪੰਜਾਬ ਪੁਲਿਸ ਨੂੰ ਤੇ ਕੁਝ ਲੋਕ ਜਿਹੜੇ ਚੁਣੌਤੀ ਦਿੰਦੇ ਨੇ ਬਾਰ-ਬਾਰ ਕਰਦੇ ਆ ਇਹ ਆਪਾਂ ਪ੍ਰੋਸੈਸ ਸਟਾਪ ਕੀਤਾ ਹੋਇਆ ਲੇਕਿਨ ਇੱਕ ਨਾ ਕਿ ਲੈਂਥੀ ਕਿਉਂਕਿ ਉਹ ਬਾਰ-ਬਾਰ ਇੱਕ ਸੋਸ਼ਲ ਮੀਡੀਆ ਨੂੰ ਕਰਕੇ ਇਸ ਤਰ੍ਹਾਂ ਲੋਕਾਂ ਨੂੰ ਵੀ ਗੁੰਮਰਾਹ ਕਰਦੇ ਆ। ਸੈਕਿੰਡ ਸਰ ਤੁਸੀਂ ਸਲਮਾਨ ਖਾਨ ਦੇ ਬਾਰੇ ਵੀ ਗੱਲ ਕੀਤੀ ਹੈਗੀ ਜਦੋਂ ਪ੍ਰੋਮਿਨੈਂਟ ਲੋਕ ਨੇ ਸਰ ਜਿਹੜੇ ਉਹਨਾਂ ਦੇ ਟਾਰਗੇਟ ਸੀ ਸਰ
ਪਹੁੰਚਣ ਤੱਕ ਦੀ ਤੁਸੀਂ ਸਾਨੂੰ ਦੱਸ ਦਿਓ ਕਿ ਕਿਵੇਂ ਪਹੁੰਚੀ ਕਿਵੇਂ ਹੋਇਆ ਕਿਉਂਕਿ ਸਰ ਬਾਕੀ ਦਾ ਦੇਖੋ ਜੀ, ਜਿੱਥੋਂ ਤੱਕ ਗੋਲਡੀ ਦਾ ਸਵਾਲ ਹੈ, देखो जी, I will not react to the statements of a fugitive. No, I will not. नहीं, is he, ma'am, is he an authority? So I will not. देखो जी, कोई गल नहीं जी, उरे लावांगे, एक और प्रेस कॉन्फ्रेंस करांगे ਜਦੋਂ ਗੋਲਡੀ ਆਊਗਾ ਜੀ। ਸਰ ਇੱਕ ਸਲਮਾਨ ਖਾਨ ਹੋ ਗਿਆ ਸਰ ਰਹਿ ਗਿਆ ਕਿਦਾਂ ਦਾ ਸਰ ਸਲਮਾਨ ਖਾਨ ਦੂਜੇ ਆ ਸਰ ਟਾਰਗੇਟ ਹੈਗੇ ਸਰ ਉਹ ਮੈਂ ਸਲਮਾਨ ਖਾਨ ਦੀ ਤਾਂ ਰਹਿ ਗਈ ਹੋਈ ਆ ਹੁਣ मैं रिक्वेस्ट करूंगा गुरमीत चौहान जी डिटेल च दस देंगे, पर अदरवाइज देखो एक दिन कल ਅਸੀਂ ਫੜਿਆ ਹੈ, ਇਹ ਕਪਿਲ ਪੰਡਿਤ ਦੀ ਇੰਟਰੋਗੇਸ਼ਨ ਦੇ ਵਿੱਚ ਆਇਆ। ਹੁਣ ਦੇਖੋ ਸੰਤੋਸ਼ ਯਾਦਵ ਵੀ ਫੜਿਆ ਜਾ ਚੁੱਕਾ ਮਹਾਰਾਸ਼ਟਰ ਤੋਂ, ਜਿਹੜਾ ਦੂਜਾ ਬੰਦਾ ਹੈਗਾ ਉਹ ਡਿਟੇਨ ਹੋ ਗਿਆ, ਜਿਹੜਾ ਬਿਸ਼ਨੋਈ ਸਚਿਨ ਬਿਸ਼ਨੋਈ ਹੈ। ਸੋ ਅਸੀਂ ਸਿਸਟਮੈਟਿਕ ਤਰੀਕੇ ਨਾਲ ਜਿਹੜੇ ਵੀ ਇਹਨਾਂ ਨੇ ਡਿਸਕਲੋਜ਼ਰ ਦਿੱਤੀ ਹੈ, ਦੈਟ ਇਜ਼ ਟੂ ਬੀ ਯੈਟ ਟੂ ਬੀ ਕੋਰੋਬੋਰੇਟਡ। ਅਸੀਂ 100% ਉਸ ਤੇ ਯਕੀਨ ਨਹੀਂ ਕਰ ਸਕਦੇ, ਤੇ ਅਸੀਂ ਦੂਜਿਆਂ ਨੂੰ ਲਾਵਾਂਗੇ, ਇੰਟਰੋਗੇਸ਼ਨ ਕਰਾਂਗੇ, ਨਿਸ਼ਾਨਦੇਹੀ ਕਰਾਵਾਂਗੇ, ਜੇ ਲੋੜ ਹੋਏਗੀ ਆਪਣੀ ਪੁਲਿਸ ਪਾਰਟੀ ਬੰਬੇ ਭੇਜਾਂਗੇ ਜੀ। ਤੇ ਹਾਲੇ ਇਟ ਇਜ਼ ਵੈਰੀ ਪ੍ਰੀਲਿਮਿਨਰੀ ਡਿਸਕਲੋਜ਼ਰ। ਸਰ ਇੱਕ ਸਵਾਲ ਹੈ ਸਰ, ਇੱਕ ਸਵਾਲ ਨੂੰ ਕਤਲ ਹੋਇਆ 29 ਤਰੀਕ ਨੂੰ ਕਤਲ ਹੋਇਆ, 10 ਤਰੀਕ ਨੂੰ ਗ੍ਰਿਫਤਾਰੀ ਹੋਈ ਹੈ। 105 ਦਿਨ ਮਤਲਬ ਟੋਟਲ 105 ਦਿਨ 105 ਦਿਨਾਂ ਚ ਕਿੱਥੇ ਮੂਵਮੈਂਟ ਰਹੀ ਹੈ, ਕਿੱਥੇ ਹੈਡ ਆਊਟ ਲਿਆ ਦੀਪਕ ਮੁਨੀ। ਦੇਖੋ ਜੀ, ਸਾਰਾ ਕੁਝ ਤੇ ਅਸੀਂ ਨਹੀਂ ਸ਼ੇਅਰ ਕਰ ਸਕਦੇ, ਨਾ ਕਰਾਂਗੇ ਜੀ, ਪਰ ਜਿਵੇਂ ਮੈਂ ਬਰੀਫਲੀ ਦੱਸਿਆ ਸੀਗਾ, ਜਿਹੜੀ ਸਟੇਟਾਂ 'ਚ ਰਹੇ ਹੈਗੇ ਨਾ ਦੀਪਕ ਤੇ ਇਹ ਇਕੱਠੇ ਸੀਗੇ ਜੀ, ਦੀਪਕ ਐਂਡ ਕਪਿਲ ਵਰ ਟੁਗੇਦਰ। ਹਰਿਆਣਾ ਦੇਖੋ, ਦੇ ਆਰ ਸ਼ਿਫਟਿੰਗ ਟੁਵਰਡਸ ਵੈਸਟ ਬੰਗਾਲ, ਰਾਜਸਥਾਨ, ਹਰਿਆਣਾ, यूपी, बिहार एंड वेस्ट बंगाल ब्रॉडली इस एक सुनियोजित तरीके नाल प्लान्ड तरीके नाल उस बॉर्डर आउटपोस्ट तक पहुंचे सी। ਸਰ ਕਪਿਲ ਪੰਡਿਤ ਤੇ ਜਿਹੜਾ ਜੋਕਰ ਹੈ, ਇਹਨਾਂ ਨੂੰ ਹੁਣ ਨਾਮਜ਼ਦ ਕੀਤਾ ਜਾ ਰਿਹਾ ਕਿਉਂਕਿ ਇਹਨਾਂ ਨੇ ਲਗਾਤਾਰ ਜਿੱਦਾਂ ਤੁਸੀਂ ਵੀ ਜਾ ਕੇ ਲੌਜਿਸਟਿਕ ਕੀਤਾ, ਇਹਨਾਂ ਨੂੰ ਮੁਹੱਈਆ ਕਰਾਈ ਸਟਾਰਟਿੰਗ ਤੋਂ ਲੈ ਕੇ, ਤਾਂ ਇਹਨਾਂ ਨੂੰ ਵੀ ਨਾਮਜ਼ਦ ਕੀਤਾ ਜਾ ਰਿਹਾ ਇਸ ਪੂਰੇ ਮਾਮਲੇ 'ਚ। ਪਹਿਲਾਂ ਤੁਸੀਂ ਦੋਵੇਂ ਪਹਿਲੇ ਤੋਂ ਨਾਮਜ਼ਦ ਸੀਗੇ, ਇਹਨਾਂ ਦਾ ਸ਼ੂਟਰ ਨਹੀਂ ਹੈਗੇ, ਬਟ ਸਪੋਰਟਿੰਗ, ਕਿਉਂਕਿ ਇਹਨਾਂ ਦਾ ਰੋਲ ਪਹਿਲੇ ਆ ਗਿਆ ਸੀਗਾ ਇਨਵੈਸਟੀਗੇਸ਼ਨ ਦੇ ਐਸਾ ਕਿੱਥੋਂ ਕਰਦੇ ਕੌਣ ਕਿੰਨੀ ਵੱਡੀਆਂ ਚੱਲਣਾ ਕਿਹਦੇ ਬਾਹਰ ਰੇ ਕੋਈ ਤਾਂ ਸਰ ਪਿੱਛੇ ਕਿਉਂਕਿ ਸਰ ਫੰਡਿੰਗ ਦਾ ਜਾਂ ਜਿਹੜੇ ਵੈਪਨਸ ਆਏ ਉਹਨਾਂ ਦਾ ਜ਼ਿਕਰ ਚਾਰਜਸ਼ੀਟ 'ਚ ਵੀ ਨਹੀਂ ਹੋਇਆ। ਇਹ ਕਿੱਥੇ ਫੰਡਿੰਗ ਕਿੱਥੋਂ ਹੋਈ ਹੈ ਜਾਂ ਜਿਹੜੇ ਹਥਿਆਰ ਹੈ ਉਹ ਵੀ ਫੰਡਿੰਗ ਦਾ ਸਰ ਵੈਪਨ ਨਹੀਂ, ਅਸੀਂ ਦੇਖੋ ਜੀ ਸਪਲੀਮੈਂਟਰੀ ਚਾਰਜਸ਼ੀਟ ਫਾਈਲ ਕਰਾਂਗੇ। ਅਦਰਵਾਈਜ਼ ਇਟ ਇਜ਼ ਵੈਰੀ ਕਲੀਅਰ ਕਿ ਗੋਲਡੀ ਜਿਹੜਾ ਹੈਗਾ ਉਹ ਲਿੰਚ ਪਿਨ, ਚਲੋ ਮਤਲਬ ਮੈਂ ਲੋੜ ਤੋਂ ਵੱਧ ਕ੍ਰੈਡਿਟ ਗੋਲਡੀ ਨੂੰ ਵੀ ਨਹੀਂ ਦਿੰਦਾ, ਕਿਉਂਕਿ ਇਹਦੇ 'ਚ ਕਈ ਕੜੀਆਂ ਜੁੜੀਆਂ ਹੈਗੀ, ਪਰ ਮੇਨਲੀ ਮਤਲਬ ਉਹ ਅੱਗੇ ਕਨਵੇ, ਜਿਵੇਂ ਇਹਨਾਂ ਦਾ ਉਰੇ ਨੈਟਵਰਕ ਹੈਗਾ, ਟੈਲੀਫੋਨ ਤੇ ਇਨ ਟੱਚ ਹੁੰਦੇ ਆ, ਤਾਂ ਹੀ ਅਸੀਂ ਜਿਹੜੇ ਬੰਦੇ ਪਨਾਹ ਦੇ ਰਹੇ ਹੈਗੇ, ਜਿਹੜੇ ਬੰਦੇ ਪੈਸੇ ਦੇ ਰਹੇ ਹੈ, ਅਸੀਂ ਸਾਰਿਆਂ ਨੂੰ ਨੋਮੀਨੇਟ ਕਰਕੇ ਗ੍ਰਿਫਤਾਰ ਕਰ ਰਹੇ ਹਾਂ ਐਂਡ ਸਪੈਸੀਫਾਈਂਗ ਦਾ ਰੋਲ ਆਫ ਈਚ ਪਰਸਨ। ਸਾਰੇ ਵੇਪਨ ਰਿਕਵਰ ਹੋ ਚੁੱਕੇ हैं या फिर अभी भी कुछ पेंडिंग है? मैं दसिया सीगा ना 23 अक्यूज़ ਅਸੀਂ ਅਰੈਸਟ ਕੀਤੇ ਹੈ ਜੀ, ਤੇ 2 ਅਕਿਊਜ਼ਡ ਨਿਊਟਰਲਾਈਜ਼ ਹੋ ਗਏ ਜੀ, ਤੇ ਹੁਣ ਤੱਕ 35 ਅਕਿਊਜ਼ਡ ਨੇਮਡ ਹੈਗੇ ਜੀ। ਸਿੱਧੂ ਮੂਸੇਵਾਲਾ ਦੇ ਫਾਦਰ ਦੀ ਪ੍ਰਤੀਕਿਰਿਆ ਆਈ ਹੈ, ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੇ ਫੜੇ ਗਏ ਨੇ ਤਾਂ ਛੋਟੇ ਲੋਕ ਨੇ, ਕਿ ਬੜਿਆਂ ਦੇ ਗਿਰੇਬਾਨ ਤੱਕ ਹੱਥ ਚਾਹੁੰਦੇ ਨੇ। ਦੇਖੋ ਜੀ, ਉਹਨਾਂ ਦੇ ਬਿਆਨ ਤੇ ਉਹਨਾਂ ਦਾ ਅਸੀਂ ਬਹੁਤ ਰਿਗਾਰਡ ਕਰਦੇ ਹਾਂ, ਤੇ ਇੰਨਾ ਵੱਡਾ ਨੁਕਸਾਨ ਹੋਇਆ ਹੈ, ਤੇ ਸਾਨੂੰ ਪਤਾ ਕਿ ਸਾਡੇ ਉਪਰਾਲਿਆਂ ਤੋਂ ਕਦੀ ਜੋ ਨੁਕਸਾਨ ਹੋਇਆ ਵਾਪਸ ਨਹੀਂ ਆ ਸਕਦਾ, ਬਟ ਵੀ ਸਟੈਂਡ ਵਿਥ ਹਿਮ ਫੁਲੀ। ਸਰਦਾਰ ਬਲਕੌਰ ਸਿੰਘ ਨੇ ਬਹੁਤ ਹੀ ਮੈਚੁਰਿਟੀ ਨਾਲ ਸਾਰਾ ਮਸਲਾ ਹੈਂਡਲ ਕੀਤਾ ਹੈ, ਤੇ ਅਸੀਂ ਉਹਨਾਂ ਦੇ ਬਿਆਨ ਤੇ ਫॉर योर ਇਨਫੋਰਮੇਸ਼ਨ ਜਿਨ੍ਹਾਂ ਤੇ ਉਹਨਾਂ ਨੂੰ ਸ਼ੱਕ ਸੀਗਾ, ਉਹਨਾਂ ਦਾ ਸਟੇਟਮੈਂਟ ਅਸੀਂ ਲਿਖਿਆ ਹੈ, ਤੇ ਉਹਨਾਂ ਨੂੰ ਨੋਮੀਨੇਟ ਕਰ ਲਿਆ ਐਜ਼ ਅਕਿਊਜ਼ਡ, ਜਿਹੜੀ ਪਹਿਲੀ ਗੱਲ ਪ੍ਰੈਸ 'ਚ ਆਈ ਵੀ ਹੈ, ਤੇ ਇਨਵੈਸਟੀਗੇਸ਼ਨ ਤੋਂ ਬਾਅਦ ਐਜ਼ ਪਰ ਲਾਅ ਅੱਗੇ ਕਾਰਵਾਈ ਕਰਾਂਗੇ। सर एक बार कहने वाले फादर के व्हाइट कॉलर ਨੂੰ ਫੜਨਾ ਹਜੇ ਬਾਕੀ ਹੈ। ਬਲਕੌਰ ਸਿੰਘ ਸਰ ਜਿਹੜੇ ਫਾਦਰ ਸਾਹਿਬ ਨੇ ਉਹ ਬਾਰ-ਬਾਰ ਇਹ ਗੱਲ ਕਹਿ ਰਹੇ, ਕੱਲ ਵੀ ਉਹਨਾਂ ਨੇ ਇਹ ਗੱਲ ਕਹੀ ਨਿਊਜ਼ 18 ਦੇ ਨਾਲ, ਕਿ ਵਾਈਟ ਕਾਲਰ ਵਾਲੇ ਹਜੇ ਵੀ ਫਰਾਰ ਹੈ। ਹਾਲਾਂਕਿ ਗੈਂਗਸਟਰ ਉਹਨੂੰ ਫੜ ਰਹੀ ਹੈ ਪੁਲਿਸ, ਵਧੀਆ ਕੰਮ ਹੈ, ਲੇਕਿਨ ਜਿਹੜੇ ਵਾਈਟ ਕਾਲਰ ਨੇ, ਕਈ ਜਿਹੜਾ ਇੰਟਰਨੈਟ ਤੋਂ ਗੱਲ ਕਰ ਰਹੇ ਹੈ, ਹੋਮਲੈਂਡ ਦੇ ਨਾਲ ਕਨੈਕਸ਼ਨ ਦੀ ਗੱਲ ਕਰ ਰਹੇ ਜਾਂ ਫਿਰ ਵਾਈਟ ਕਾਲਰ ਦੀ ਗੱਲ ਕਰ ਰਹੇ, ਇਹਨਾਂ ਨੂੰ ਲੈ ਕੇ ਹੁਣ ਪੁਲਿਸ ਕਿਸ ਤਰ੍ਹਾਂ ਉਹਨਾਂ ਨਾਲ ਗੱਲਬਾਤ? ਅਸੀਂ ਉਹਨਾਂ ਦੇ ਬਿਆਨ ਤੇ ਨਾ, ਉਹਨਾਂ ਦਾ ਸਪਲੀਮੈਂਟਰੀ ਬਿਆਨ ਲਿਖਿਆ ਸੀ, ਉਹਨਾਂ ਨੇ ਕੁਝ ਹੋਰ ਮੁਲਜ਼ਮਾਂ ਤੇ ਸ਼ੱਕ ਜ਼ਾਹਿਰ ਕੀਤਾ ਸੀ, ਤੇ ਉਹਨਾਂ ਨੂੰ ਨੋਮੀਨੇਟ ਕਰਕੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਜੀ। ਮੈਂ ਸਪੈਸੀਫਿਕ ਕਮੈਂਟ ਇਨਵੈਸਟੀਗੇਸ਼ਨ ਬਾਰੇ ਨਹੀਂ ਦੇ ਸਕਦਾ, ਕਿਉਂਕਿ ਉਹ ਇਨਵੈਸਟੀਗੇਸ਼ਨ ਆਨਗੋਇੰਗ ਹੈ ਉਨ ਮੁਲਜ਼ਮਾਂ ਬਾਰੇ ਜੀ। ਸਰ ਕੁਝ ਸਿੰਗਰਸ ਦੀ ਭੂਮਿਕਾ ਦੇ ਵੀ ਸਵਾਲ ਕੀਤੇ ਗਏ ਸੀ, ਉਹਨਾਂ ਨੇ ਸਾਨੂੰ ਬਿਆਨ ਦਿੱਤਾ ਹੈ ਜੀ, ਤੇ ਉਸ ਦੇ ਬੇਸ ਤੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ। ਪ੍ਰੋਫੈਸਰ ਇੱਕ ਬਾਰ-ਬਾਰ ਜਿਹੜੀ ਗੱਲ ਹੈ ਗੈਂਗਸਟਰ ਨੂੰ ਆਕੀ ਉੱਥੇ ਐਂਟੀ ਗੈਂਗਸਟਰ ਆਸਪੋਰਟ ਲਾਈ ਕਰ ਥੋੜੀ ਪ੍ਰਧਾਨਗੀ ਦੇ ਵਿੱਚ, ਲੇਕਿਨ ਇਹ ਸਰ ਗੈਂਗਸਟਰ ਜਿਹੜਾ ਚੱਲਦਾ ਪਿਆ ਛੋਟਾ-ਮੋਟਾ ਜੋ ਚੱਲਦਾ ਹੈ, ਇਹ ਤੁਸੀਂ ਮਤਲਬ ਕਰਤਾ ਸੀ ਜਿਹੜੀ ਕਿਉਂਕਿ ਮੇਨ ਇਹੀ ਇਕੱਲੇ ਦੋ ਹੈਗਾ ਜਿਹੜਾ ਬਾਅਦ ਖਤਮ ਸੁਭਾਵਨਾ ਤੇ ਹੋਰ ਵੀ ਕੋਈ ਹੈਗੇ ਕਿੰਨੇ ਪ੍ਰਕਾਰ ਦੇ
ਨਹੀਂ ਬਾਜਵਾ ਸਾਹਿਬ ਮੈਂ ਪਹਿਲੇ ਮੈਂ ਦੱਸਾਂਗਾ ਦੇਖੋ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਇੱਕ ਸਟੇਟ ਲੈਵਲ ਦੀ ਨੋਡਲ ਏਜੰਸੀ ਹੈ ਪਰ ਇਹਨਾਂ ਦਾ ਕੰਮ ਹੈਗਾ ਕੋਆਰਡੀਨੇਸ਼ਨ ਕਰਨਾ ਤੇ ਸਪੈਸ਼ਲ ਵੱਡੇ ਆਪਰੇਸ਼ਨ ਕਰਨੇ ਅਦਰਵਾਈਜ਼ ਹਰ ਐਸਐਸਪੀ ਦਾ ਮੈਂ ਸਾਰਿਆਂ ਨੂੰ ਇਹੀ ਕਹਿੰਦਾ ਹਰ ਐਸਐਸਪੀ ਹਰ ਸਬ ਡਿਵੀਜ਼ਨਲ ਡੀਐਸਪੀ ਹਰ ਐਸਐਚਓ ਦਾ ਇਹ ਕੰਮ ਹੈ ਕਿ ਕ੍ਰਾਈਮ ਕ੍ਰਿਮੀਨਲਸ ਤੇ ਗੈਂਗਸਟਰਸ ਦੇ ਖਿਲਾਫ ਉਹ ਐਕਸ਼ਨ ਕਰੇਗੀ ਇਹਨਾਂ ਦਾ ਰੋਲ ਹੈਗਾ ਟੂ ਕੋਆਰਡੀਨੇਟ ਦੂਜੀ ਸਟੇਟਾਂ ਨਾਲ ਤਾਲਮੇਲ ਕਰਨਾ ਜੇ ਇਹਨਾਂ ਕੋਲ ਵੱਡੀ ਇਨਫੋਰਮੇਸ਼ਨ ਹੁੰਦੀ ਜ਼ਿਲ੍ਹਿਆਂ 'ਚ ਆਪਸ ਦੇ ਵਿੱਚ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ, YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ।